ਹੈਲੋ ਸਟੂਡੈਂਟਸ, ਅੱਜ ਜਿਹੜਾ ਆਪਣਾ ਟੌਪਿਕ ਹੈਗਾ ਇਹ ਹੈਗਾ ਰੀਮਨ ਇੰਟੈਗ੍ਰੇਸ਼ਨ। ਰਾਈਮਨ ਇੰਟੈਗ੍ਰੇਸ਼ਨ ਕਹਿ ਲਓ ਚਾਹੇ ਰੀਮਨ ਇੰਟੈਗ੍ਰੇਸ਼ਨ ਕਹਿ ਲਓ, ਕੋਈ ਗੱਲ ਨਹੀਂ, ਠੀਕ ਹੈ ਜੀ। ਸੋ ਜਿਹੜਾ ਹੈ ਆਪਾਂ ਇਹਦੇ ਉੱਤੇ ਕੀ ਕਰਨਾ ਹੈ, ਸੋ ਵੈਰੀ ਇੰਪੋਰਟੈਂਟ ਟੌਪਿਕ ਹੈ ਔਰ ਮੇਰੇ ਖਿਆਲ ਇੱਕ ਸੈਕਸ਼ਨ ਨੂੰ ਇਹੀ ਕੌਨਸਟੀਟਿਊਟ ਕਰ ਲਏਗਾ। ਕਾਊਂਟੇਬਿਲਿਟੀ ਤਾਂ ਛੋਟਾ ਜਿਹਾ ਟੌਪਿਕ ਹੈ, ਮਤਲਬ ਅਗਰ ਆਪਾਂ ਦੇਖੀਏ ਤੁਹਾਡੇ ਕੋਲ ਹਾਂਜੀ ਜਿਹੜਾ ਹੈਗਾ ਤੁਹਾਡੇ ਕੋਲ ਬੀਟਾ ਗਾਮਾ ਅਤੇ ਰਾਈਮਨ ਆਉਂਦਾ ਹੋਵੇ ਤੁਹਾਨੂੰ, ਤੁਸੀਂ 3 ਕੁਐਸਚਨ ਆਰਾਮ ਨਾਲ 3.5 ਕੁਐਸਚਨ ਅਟੈਂਪਟ ਕਰ ਪਾਓਗੇ, ਠੀਕ ਹੈ ਜੀ। ਸੋ ਰਾਈਮਨ ਇੰਟੈਗ੍ਰੇਸ਼ਨ ਤਾਂ ਆਪਾਂ ਦੇਖੀਏ ਜੀ, ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈਗਾ, ਸਭ ਤੋਂ ਪਹਿਲਾਂ ਸਾਡੇ ਕੋਲ ਨਾ ਇੱਕ ਇੰਟਰਵਲ ਆਏਗਾ ਅਤੇ ਆਪਾਂ ਉਹਦੀ ਪਾਰਟੀਸ਼ਨ ਡਿਫਾਈਨ ਕਰਨੀ ਹੈ, ਠੀਕ ਹੈ। ਤਾਂ ਪਾਰਟੀਸ਼ਨ ਕਿਵੇਂ ਡਿਫਾਈਨ ਕਰਨੀ ਹੈ, ਸਪੋਜ਼ ਮੈਂ ਕਹਤਾ ਮੇਰੇ ਕੋਲ 1 ਹੈ ਅਤੇ 4 ਹੈ ਨਾ, ਮੈਨੂੰ ਤੁਹਾਡੇ ਕੋਲ ਦੇਤਾ ਤੁਹਾਡੇ ਕੋਲ, ਠੀਕ ਹੈ ਜੀ। ਕਹਿੰਦਾ ਬਈ ਤੁਸੀਂ ਆਪਣੀ ਮਰਜ਼ੀ ਹੈ, ਤੁਹਾਨੂੰ ਅਗਰ ਕੁਛ n ਦੇ ਦਿੱਤਾ, ਸੇ n4 ਦੇ ਦਿੱਤਾ, ਠੀਕ ਹੈ। ਅਤੇ n ਕਿੰਨੇ ਹੈ ਕਿ ਪਾਰਟੀਸ਼ਨ 'ਚ ਕਿੰਨੇ ਪੁਆਇੰਟ ਚਾਹੀਦੇ ਨੇ ਮੈਨੂੰ, ਠੀਕ ਹੈ ਜੀ। ਪਾਰਟੀਸ਼ਨ ਦੇ ਵਿੱਚ ਮੈਨੂੰ ਕਿੰਨੇ ਪੁਆਇੰਟ ਚਾਹੀਦੇ ਨੇ, ਤਾਂ ਮਤਲਬ ਆਪਾਂ ਇੱਕ ਫਾਰਮੂਲਾ ਲਾਵਾਂਗੇ b ਮਾਈਨਸ ਏ ਕਿਸੇ ਵੀ ਇੰਟਰਵਲ ਦੀ ਲੈਂਥ ਹੁੰਦੀ ਹੈ, ਉਹਨੂੰ 4 ਨਾਲ ਆਪਾਂ ਡਿਵਾਈਡ ਕਰ ਦਿੰਦੇ ਹਾਂ, ਠੀਕ ਹੈ, ਕਿਉਂਕਿ ਆਹ 4 ਦਿੱਤਾ ਹੋਇਆ। ਸੋ 4 - 1, ਠੀਕ ਹੈ ਜੀ, ਡਿਵਾਈਡਡ ਬਾਏ ਜਿਹੜਾ ਹੈਗਾ 4 ਕਰ ਲਿਆ, ਸੋ ਇਹ 3/4 ਆ ਗਿਆ ਜੀ। ਤਾਂ 3/4 ਆ ਗਿਆ, ਤਾਂ ਫਸਟ ਇੰਟਰਵਲ ਤੁਹਾਡਾ x0 ਲੈ ਲਈਏ ਸਪੋਜ਼, ਤਾਂ ਪਹਿਲਾ x0 ਲੈ ਲਈਏ, ਤਾਂ ਦੂਜਾ x0 + h ਮੈਨੇ ਆ ਜਿਹੜਾ ਤੁਸੀਂ ਗੈਪ ਲਿਆ, ਤਾਂ ਅਗਲਾ x0 + 2h, ਅਗਲਾ x0 + 3h, ਠੀਕ ਹੈ ਜੀ। ਹੁਣ x0 ਨੂੰ ਤੁਸੀਂ 1 ਲਿਖੋਗੇ ਕਿਉਂਕਿ ਪਹਿਲੀ ਵਾਲੀ ਹੈ, ਦੂਜਾ 1 + 3/4, ਫਿਰ 1 + 2 × 3/4, ਫਿਰ 1 + 3 × 3/4, ਠੀਕ ਹੈ ਜੀ। ਤੋ ਜਿਹੜਾ ਹੈਗਾ ਅਤੇ ਜਿਹੜਾ ਹੈਗਾ ਤੁਹਾਡੇ ਕੋਲ 1 + 4 ਟਾਈਮ, ਠੀਕ ਹੋ ਗਿਆ ਜੀ। ਤਾਂ ਹੁਣ ਤੁਹਾਡੇ ਕੋਲ ਜਿਹੜਾ ਇੰਟਰਵਲ ਹੈ ਉਹ ਸਪਲਿਟ ਕਿੱਦਾਂ ਹੋਇਆ ਹੈ, 1 ਤੁਹਾਡੇ ਕੋਲ ਆ ਗਿਆ ਜੀ, ਠੀਕ ਹੈ ਜੀ। ਸੋ ਇਹ ਜਿਹੜਾ ਹੈਗਾ ਇਹ ਤੁਹਾਡੇ ਕੋਲ LCM ਲੈ ਲਓਗੇ ਤੁਸੀਂ, ਤਾਂ 7/4 ਆ ਗਿਆ, ਠੀਕ ਹੈ ਜੀ। ਇਹ ਕਿੰਨਾ ਆ ਗਿਆ ਤੁਹਾਡੇ ਕੋਲ 10/4 ਆ ਗਿਆ, ਅਤੇ ਇਹ ਕਿੰਨਾ ਆ ਗਿਆ ਤੁਹਾਡੇ ਕੋਲ, ਠੀਕ ਹੈ, 13/4 ਆ ਗਿਆ, ਅਤੇ ਆਹ ਤੁਹਾਡਾ 4 ਆ ਗਿਆ। ਤਾਂ ਅਲਟੀਮੇਟਲੀ 4 ਪੁਆਇੰਟ ਨਹੀਂ ਆਏ, 4 ਇੰਟਰਵਲਸ ਆ ਕੇ ਤੁਹਾਡੇ ਕੋਲ, ਠੀਕ ਹੈ ਜੀ। ਸੋ n ਜਿਹੜਾ ਹੈਗਾ ਪੁਆਇੰਟ ਇੱਕ ਵੱਧ ਕਰਕੇ ਆ ਗਿਆ ਤੁਹਾਡੇ ਕੋਲ, ਠੀਕ ਹੈ। ਤੋ ਅਗਰ ਆਪਾਂ ਨੂੰ n ਦੀ ਵੈਲਿਊ ਕੁਐਸਚਨ 'ਚ ਡਿਸਾਈਡ ਕੀਤੀ ਹੋਊਗੀ ਉਹਨੇ ਤੁਹਾਡੇ ਕੋਲ, ਠੀਕ ਹੈ ਜੀ। ਤਾਂ ਮੈਂ ਇੱਥੇ n 4 ਪੁਆਇੰਟਸ ਕਿਹਾ ਸੀਗਾ, ਠੀਕ ਹੈ ਜੀ। ਸੋ x0 ਤੋਂ ਸਟਾਰਟ ਕਰ ਲਿਆ, 4 ਤੱਕ ਜਾਂਦਾ ਜ਼ਰੂਰ ਹੈ ਪਰ ਵੈਲਿਊ x0, x1, x2, x3 ਐਂਡ x4, ਠੀਕ ਹੈ, ਬਟ ਨੋਟ ਤੋਂ ਸ਼ੁਰੂ ਹੋਣ ਕਰਕੇ 5 ਹੋ ਗਈ, ਠੀਕ ਹੈ ਜੀ। ਸੋ ਇੱਦਾਂ ਦੀ ਜਿਹੜੀ ਚੀਜ਼ ਹੈਗੀ ਹੈ ਤੁਹਾਡੇ ਕੋਲ, ਉਹਨੂੰ ਆਪਾਂ ਬੋਲਦੇ ਹਾਂ ਤੁਹਾਡੇ ਕੋਲ ਪਾਰਟੀਸ਼ਨ। ਮੀਨਸ ਪਾਰਟੀਸ਼ਨ ਵਿੱਚ ਤੁਸੀਂ ਕੀ ਕਰਦੇ ਹੋ, ਆਹ ਜਿਹੜਾ ਗੈਪ ਹੈ ਇਹ ਆਪਾਂ AP 'ਚ ਰੱਖਿਆ ਹੈ। ਤਾਂ ਅਗਰ ਸਾਨੂੰ ਸੀਕੁਐਂਸ ਸਪੋਰਟ ਕਰਦਾ ਹੈ ਤਾਂ ਮਤਲਬ ਐਸੇ ਹੀ ਹਾਲਾਤ ਹੋ ਸਕਦੇ हैं ਕਿ ਸਾਨੂੰ GP 'ਚ ਸਪਲਿਟ ਕਰਨਾ ਪਵੇ। ਸ਼ਾਇਦ ਰੇਅਰਲੀ ਇਸ ਕਲਾਸ 'ਚ ਕੋਈ ਕੁਐਸਚਨ ਆਵੇ ਕਿ ਆਪਾਂ GP 'ਚ ਸਪਲਿਟ ਕਰਾਂਗੇ, ਬਟ ਜਿਹੜਾ ਹੈਗਾ ਤੁਹਾਡੇ ਕੋਲ ਹੋ ਸਕਦਾ। ਅਤੇ ਜੇ ਬਾਈ ਚਾਂਸ ਉਸਨੇ ਨਾ ਆਪਾਂ ਨੂੰ ਕਿਹਾ ਹੀ ਨਾ ਹੋਵੇ, ਮਤਲਬ ਆਪਾਂ ਪਹਿਲਾਂ ਪਾਰਟੀਸ਼ਨ ਨੂੰ ਚੰਗੀ ਤਰ੍ਹਾਂ ਸਮਝ ਲਈਏ ਕੀ ਹੈ ਕਿ ਪਾਰਟੀਸ਼ਨ ਦੇ ਵਿੱਚ ਕੋਈ AB ਇੰਟਰਵਲ ਤੋੜਨਾ ਹੈ, ਠੀਕ ਹੈ, ਅਤੇ ਉਹ ਤੁਹਾਨੂੰ ਉੱਥੇ ਦੱਸੂਗਾ ਵੀ ਕਿੰਨੇ ਇੰਟਰਵਲ 'ਚ ਤੋੜਨਾ ਹੈ, ਜਾਂ ਤੁਹਾਡਾ n ਕਿੰਨਾ ਲੈਣਾ ਹੈ, ਜਾਂ ਤੁਸੀਂ ਲੈਂਥ ਕਿੰਨੀ ਲੈਣੀ ਹੈਗੀ ਹੈ, ਇਹ ਤੁਹਾਨੂੰ ਕੁਐਸਚਨ 'ਚ ਦੱਸਿਆ ਜਾਊਗਾ, ਠੀਕ ਹੈ ਜੀ। ਸੋ ਅਗਰ ਆਪਾਂ ਜਿਹੜਾ ਹੈਗਾ ਆਪਾਂ ਪੁਆਇੰਟ 0 ਤੋਂ ਹੀ ਸ਼ੁਰੂ ਕਰਨੇ ਆ, ਸੋ 0 ਤੋਂ 4 ਤੱਕ ਆਉਂਦੇ ਤਾਂ ਡੈਫੀਨੇਟਲੀ 5 ਹੋ ਜਾਣਗੇ। ਸੋ x0 ਜਿਹੜਾ ਹੈਗਾ ਤੁਹਾਡਾ 1 ਹੋ ਗਿਆ ਜੀ, ਤੁਸੀਂ ਇੱਥੋਂ ਸ਼ੁਰੂ ਕੀਤਾ, ਠੀਕ ਹੈ। ਆਹ ਜਿੱਥੇ ਵੀ ਆਇਆ ਮੀਨਸ ਫਸਟ ਤੁਹਾਡਾ A ਹੁੰਦਾ, ਸੈਕਿੰਡ ਤੁਹਾਡਾ B ਹੁੰਦਾ ਹੈਗਾ। ਅਲਟੀਮੇਟਲੀ AB ਨੇ ਪਾਰਟੀਸ਼ਨ ਤੋੜਨੀ ਹੈ, ਪਰ ਤੋੜੀ ਦੀ ਕਿਵੇਂ ਹੁੰਦੀ ਹੈ ਕਿ x0, x1, x2 ਅਪ ਟੂ xn ਆਪਾਂ ਇਹਦੀ ਪਾਰਟੀਸ਼ਨ ਤੋੜ ਲੈਣੀ। ਪਾਰਟੀਸ਼ਨ ਦੀ ਖਾਸੀਅਤ ਕੀ ਹੁੰਦੀ ਹੈਗੀ ਹੈ, ਹੁਣ ਆਪਾਂ ਨੇ ਤੋੜ ਲਿਆ x0, x1, x2 ਅਪ ਟੂ ਆਪਾਂ xn ਲਿਖ ਲਿਆ, ਅਤੇ ਇਹਦੀ ਇੱਕ ਖਾਸੀਅਤ ਹੋਊਗੀ ਇਹਦੇ ਤੋਂ ਇਹ ਵੱਡਾ, ਇਹਦੇ ਤੋਂ ਇਹ ਵੱਡਾ, ਅਪ ਟੂ ਆਹ ਵਾਲਾ ਤੁਹਾਡੇ ਕੋਲ, ਠੀਕ ਹੈ। ਅਤੇ ਜਦੋਂ ਅਸੀਂ ਇਹ ਕੁਐਸਚਨ ਲੈਂਦੇ ਹਾਂ ਤਾਂ ਅਸੀਂ ਰਸਤੇ 'ਚ ਇੱਕ xi ਅਤੇ ਇੱਕ xi + 1 ਅਤੇ ਇੱਕ xi - 1, ਇਹ 3 ਚੀਜ਼ਾਂ ਅਸੀਂ ਜ਼ਰੂਰ ਕੰਸੀਡਰ ਕਰਦੇ ਹਾਂ, ਠੀਕ ਹੈ ਜੀ। ਸੋ ਜਿਹੜਾ ਕੋਈ ਕਾਮਨ ਮੈਂ ਇੰਟਰਵਲ ਲੈਣਾ ਹੋਵੇ, ਮਤਲਬ ਜਰਨਲ ਕੁਐਸਚਨ ਕਰਨਾ ਹੋਵੇ, ਤਾਂ ਉਹਦਾ ਇੰਟਰਵਲ ਆ ਹੋਊਗਾ। ਕੁਛ ਲੋਕ ਆ ਵੀ ਲੈ ਲੈਂਦੇ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਤੁਹਾਡੇ ਕੋਲ, ਠੀਕ ਹੈ। ਔਰ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਡਿਫਰੈਂਸ ਲੈ ਲਈਏ, ਉਹਨੂੰ ਅਸੀਂ ਡੈਲਟਾ I ਕਹਿੰਦੇ ਹਾਂ। ਡੈਲਟਾ I ਕੀ ਹੋ ਗਿਆ ਤੁਹਾਡਾ, ਇਹ ਹੋ ਗਈ ਲੈਂਥ ਆਫ ਸਬ ਇੰਟਰਵਲ,
ਲੈਂਥ ਆਫ ਸਬ ਇੰਟਰਵਲ ਵੀ ਕਹਿ ਲਓ, ਕੋਈ ਦਿੱਕਤ ਨਹੀਂ ਗੀ। ਮਤਲਬ ਕਿਸੇ ਵੱਡੇ ਸਾਰੇ ਇੰਟਰਵਲ ਦਾ ਪਾਰਟ ਹੈ ਤਾਂ ਸਬ ਇੰਟਰਵਲ ਹੈ। ਜੇ ਉਹ ਖੁਦ ਤੋਂ ਬਿਹੇਵ ਕਰਦੇ ਨੇ, ਖੁਦ ਤੋਂ ਉਹ ਇੰਟਰਵਲ ਵੀ ਬਿਹੇਵ ਕਰ ਜਾਂਦੇ ਨੇ। ठीक है जी। सो बेसिकली ਆਪਾਂ ਨੇ क्या करना है, पार्टीशन है, पार्टीशन किसी ए बी इंटरवल ਨੂੰ तोड़ना है। तोड़ना ਆਪਾਂ सर्टेन रूल नाल है और रूल मैक्सिमम केस विच ए पी ही रहेगा। ठीक है जी। जीपी की पॉसिबिलिटी हो सकती है जी ठीक ठाक ढंग ना, ऐसी कोई गल नहीं हैगी तुहाडे पास, पर अपनी जिमें ऐ हुंदा ना भी सिलेबस मैक्सीमम किस तरह के क्वेश्चन ने, तो सारे जिहड़े है सारिਆਂ ਨੂੰ ए पी ने ही सपोर्ट कर देना हैगा। ठीक है जी। तो ये वाली चीज़ होगी तुहाडे कोल। उस तो बाद आपां ने कहा भी पार्टीशन च खासियत की है। पहली खासियत तो तुहानूं कहती कि ए पी हैगी है। दूजा तुसीं फार्मूला याद कर लेना हैगा बी माइनस ए बाई एन, तुहाडे कोल जिहड़ा हैगा आ वाला फार्मूला। ठीक है जी। एन तो उन्होंने दिता होगा किहड़ी लेंथ के अकॉर्डिंग आपां बनाउणा हैगा। ठीक हो गया जी। तीजी चीज़ आपां एग्जाम्पल भी लै ली तुहाडे पास। ठीक है जी। उस तो बाद आपां ने तुहाडे कोल अगे कह दिता तुहाडे कोल सो जी पी च हो गया। तो उस तो बाद आपां ने कह दिता कि आपां एक कॉमन पार्टीशन जदों आपां लैने आ तुहाडे पास पार्टीशन, तो आपां रस्ते च एक इंटरवल कंसीडर करना हुंदा, जिन्हों चाहे असी एक्स आई माइनस आ वाला इंटरवल कह लीए तो या असी आ वाला इंटरवल कह लीए, कोई दिक्कत नहीं। इहदी जिहड़ी लेंथ है जो डिफरेंस लवांगे मैक्सीमम किताबां च आ वाला लिया होगा, बट ए वाले भी कोई गलती नहीं गी। ठीक है जी। उस तो बाद फिर आपां ने उन्हां दा डिफरेंस ले लेना है। डिफरेंस होगा एक्स आई माइनस आ बड़े चो छोटी ही घटनी हैगी है तुहाडे कोल, तो ये वाली चीज़ बन जूगी। इनू आपां कहने आ लेंथ ऑफ द सब इंटरवल। किसी सब इंटरवल की लेंथ आपां जिहड़ी ले लैंदे तुहाडे कोल। ठीक है जी। हो गया जी। हुण आपां ने ख्याल रखना है कि जिहड़े सब इंटरवल आपां बना रहे हैं वो नॉन ओवरलैपिंग होने चाहिए, उन्हां च कुछ ओवरलैप नहीं करना चाहिए। देख लो जिवें इहदे सब इंटरवल बनाना 1 ते 7/4 है जी। अगला 7/4 तो लैके 10 आ 7/4 तक कॉन्टीन्यूटी दिखाता है, नहीं तो गैप पै जाएगा ना उहदे विच, इत्थे गैप नहीं ना हैगा, बट अदरवाइज़ कुछ नहीं हैगा तुहाडे कोल। ते इत्थे एक आपां ने खास ख्याल रखना है। ख्याल ये है भाई अगर मैं पहला इंटरवल लैना वा x0 तो x1 तो इसका नाम मैं I1 रखदा वां, तो I2 नूं मैं लैना वा तुहाडे कोल जिथे वो मुकाऊगा उत्थों शुरू करना है x2 एंड सो ऑन लास्ट विच IN जिहड़ा मैं लै रहा वां वो xn माइनस 1 तो xn है। तो जिहड़े सब इंटरवल्स आपां लए ने इन्हां सब इंटरवल्स नूं अगर यूनीअन करोगे तो तुहानूं ए बी मिलेगी ही मिलेगी। सो यूनीअन आई एन ये सारिਆਂ ਦੀ अगर आपां यूनीअन कर दिए, मतलब ये एन नहीं पाना आई पा लो, आई वेरीज फ्रॉम 1 to n कर लो, इसने तुहानूं ए बी देना ही देना है। इस चीज़ का आपां ने ख्याल रखना है। ठीक हो गया जी। तो इसका मतलब है कि ये इंटरवल अगर इकट्ठे करो, अरे जिस चीज़ की पार्टीशन बनाई है जोड़ करे तो मुड़ के चीज़ मिलनी तो चाहिए है ना। सो ये सारे इंटरवल्स की जिहड़ी पार्टीशन हैगी है तुहाडे कोल तुहानूं मुड़ के जिहड़ा हैगा वो चीज़ मिल जाएगी। ठीक हो गया जी। सो ये वाली चीज़ होगी जी। हुण उस तो बाद आपां ने की डिफाइन करना हैगा, उस तो बाद आपां ने ठीक है जी आपां राइमन सम डिफाइन करना हैगा कि आपां सम किहनूं कहने आ लोअर दा तुहाडे कोल। ठीक है। तुहाडे कोल ना एक GLB वर्ड हुंदा हैगा, GLB ग्रेटेस्ट लोअर बाउंड, एक हुंदा LUB लीस्ट अपर बाउंड। ठीक है जी। सो लीस्ट अपर मतलब अगर मैं सपोज इत्थे जाके कोई कह दा कि मेरा क्वेश्चन रुक गया आके ख़त्म हो गया, मतलब मैं एक सीक्वेंस ले लिया ना, सीक्वेंस ले लिया 1/n, इस सीक्वेंस की मैक्सीमम वैल्यू तुसी जिहड़ी हैगी है वो n = 1 ते ही है। n नैचुरल नंबर है क्योंकि फिर 1 फिर 1/2 फिर 1/3 इदां चलदा ना, तो यदा मतलब यदि मैक्सीमम वैल्यू 1 ते है। तो आ जिहड़ी इस तो 1 तो अगली सारियां चीज़ां ने तुहाडे पास, ठीक है, ये सारे ही इहदे अपर बाउंड ने। ये सारे मतलब तुसी सीक्वेंस लिया, थोड़ा सीक्वेंस < 1 है, तो 1 तो बाद इहदा इत्थे मैं 1 ले ला, इत्थे 2 ले ला, इत्थे 3 ले ला, इत्थे 4 ले ला, सारी इहदे अपर बाउंड है। अपर चो जिहड़ा सब तो लीस्ट आ इसमें LUP कहाएगा। ठीक है जी। दूसरी चीज़ जे इन्फिनिटी ते जाएगा तो 0 बनेगा। ठीक है। इसका मतलब थोनों ये भी पता है कि XN जिहड़ा है वो 0 तो बड़ा हैगा तुहाडे कोल। ठीक है जी। 0 तो बड़ा हैगा तुहाडे कोल, इहदा मतलब की होया तुहाडे कोल। ठीक है। तो लोअर बाउंड च सब तो बड़ा है, इस तो बाद कोई भी चीज़ लोगे वो
ਨਿਸ਼ਾਨੀ ਬਦਲਣ ਦੀ ਉਹ ਰੱਖਦੀ। ਸੋ ਇੱਥੇ ਤੁਸੀਂ GLB ਕਰ ਦੋਗੇ। ਬਾਕੀ ਸਾਰੇ ਇਸ ਤੋਂ ਛੋਟੇ ਆ। ਗ੍ਰੇਟੈਸਟ ਲੋਅਰ ਬਾਊਂਡ ਬਾਕੀ -1 -2 ਇੱਦਾਂ ਦੀਆਂ ਚੀਜ਼ਾਂ ਇਸ ਤੋਂ ਨੀਚੇ ਆਉਂਦੀਆਂ। ਹਾਲਾਂਕਿ ਇਹ ਸੀਕੁਐਂਸ ਦੀ ਡੈਫੀਨੇਸ਼ਨ 'ਚ ਆਪਾਂ ਅਗਰ ਨੈਚੁਰਲ ਨੰਬਰ ਲੈਣੇ ਤਾਂ ਲੈਂਦੇ ਨਹੀਂ ਗੇ, ਠੀਕ ਹੈ। ਬਟ ਨੀਚੇ ਨੂੰ ਤੁਹਾਡੇ ਕੋਲ ਲੋਅਰ ਬਾਊਂਡ ਤੁਹਾਡੇ ਕੋਲ ਆਉਂਦਾ ਹੈ ਜੇ ਤੁਸੀਂ ਕੁਝ ਹੋਰ ਤਰ੍ਹਾਂ ਦੀ ਐਗਜ਼ਾਮਪਲ ਕੰਸਟਰਕਟ ਕਰ ਲਓ, ਠੀਕ ਹੈ। ਸੋ ਇਹਦਾ ਮਤਲਬ ਕਿਆ ਹੋ ਗਿਆ, ਤੁਹਾਨੂੰ GLB ਵੀ ਪਤਾ ਲੱਗ ਗਿਆ ਵੀ ਆਪਾਂ ਜਦੋਂ GLB ਡਿਫਾਈਨ ਕਰਨਾ ਨਾ ਆਪਾਂ ਇੰਟਰਵਲ 'ਚ ਡਿਫਾਈਨ ਕਰਨਾ। ਸੋ ਇਸ ਕਰਕੇ ਸਾਡੀ ਸਮੱਸਿਆ ਕੋਈ ਬਹੁਤ ਜ਼ਿਆਦਾ ਨਹੀਂ ਹੈਗੀ, ਆਪਾਂ ਇੰਟਰਵਲ ਇਸ ਇੰਟਰਵਲ ਡਿਫਾਈਨ ਤੇ ਕਰਨਾ, ਠੀਕ ਹੈ ਜੀ। ਠੀਕ ਹੈ, ਇਹ GLB ਕਿਹਦਾ ਹੋਏਗਾ, GLB ਆਫ ਫੰਕਸ਼ਨ ਹੋਏਗਾ, ਇਨ ਇਹਦੇ ਵਿੱਚ ਹੋਏਗਾ, ਠੀਕ ਹੈ ਜੀ। ਸੋ ਉਸ ਜਿਹੜੇ GLB ਨੂੰ ਹੈ ਉਸ ਨੂੰ ਅਸੀਂ MI ਦਾ ਨਾਂ ਦੇਵਾਂਗੇ ਤੁਹਾਡੇ ਕੋਲ, ਠੀਕ ਹੈ। ਇੰਟਰਵਲ ਆਪਾਂ ਲੈਣਾ ਹੈ, ਪਾਰਟੀਸ਼ਨ ਆਪਾਂ ਬਣਾਉਣੀ ਹੈ, ਪਾਰਟੀਸ਼ਨ ਦੇ ਵਿੱਚ ਆਪਾਂ ਨੇ GLB ਜਿਹੜਾ ਡਿਫਾਈਨ ਕਰਨਾ ਹੈਗਾ ਤੁਹਾਡੇ ਪਾਸ ਉਹ ਇਹਦੇ ਵਿੱਚ ਕਰਨਾ। ਇਸੇ ਤਰ੍ਹਾਂ ਆਪਾਂ ਕੈਪੀਟਲ M ਲੈ ਲੈਣਾ ਹੈਗਾ, ਉਹਦੇ ਵਿੱਚ ਆਪਾਂ LUB ਡਿਫਾਈਨ ਕਰਨਾ ਆਫ FX, ਠੀਕ ਹੈ ਜੀ, ਜਿਹਦੇ ਵਿੱਚ ਇਨ ਆਪਾਂ ਨੇ XI -1 ਅਤੇ XI ਆਪਾਂ ਇਹਦੇ ਵਿੱਚ ਡਿਫਾਈਨ ਕਰਨਾ ਹੈਗਾ ਤੁਹਾਡੇ ਕੋਲ। ਹੁਣ ਜਦੋਂ ਤੁਸੀਂ ਇਹ ਡਿਫਾਈਨ ਕਰੋਗੇ ਤੁਸੀਂ ਦੋ ਚੀਜ਼ਾਂ ਦਾ ਖਿਆਲ ਰੱਖਣਾ ਹੈਗਾ। ਦੋ ਚੀਜ਼ਾਂ ਦਾ ਕੀ ਖਿਆਲ ਰੱਖਣਾ ਹੈਗਾ, ਉਹਦਾ ਕਿ ਜਿਹੜਾ ਫੰਕਸ਼ਨ ਹੈ ਤੁਹਾਡਾ ਉਹ MI ਹੈ ਮੋਨੋਟੋਨਿਕ ਇਨਕਰੀਜ਼ਿੰਗ ਜਾਂ MD ਹੈ ਮੋਨੋਟੋਨਿਕ ਡਿਕਰੀਜ਼ਿੰਗ। ਕਿਉਂਕਿ ਜਦੋਂ ਆਪਾਂ ਨੂੰ ਇਹ ਪਤਾ ਲੱਗ ਗਿਆ MI ਹੈ ਮੋਨੋਟੋਨਿਕ ਇਨਕਰੀਜ਼ਿੰਗ ਵਾਲਾ ਪਹਿਲੇ ਪੁਆਇੰਟ 'ਤੇ ਛੋਟੀ ਅਗਲੇ 'ਤੇ ਵੱਡੀ ਵੈਲਿਊ ਲੈਂਦਾ ਹੁੰਦਾ, ਅਤੇ ਜੇ ਮੋਨੋਟੋਨਿਕ ਡਿਕਰੀਜ਼ਿੰਗ ਆ ਜੇ ਉਹ ਪਹਿਲੇ 'ਤੇ ਵੱਡੀ ਦੂਜੇ 'ਤੇ ਛੋਟੀ ਲੈਂਦਾ ਤਾਂ GLB ਛੋਟੀ ਵਾਲਾ ਹੁੰਦਾ। ਤਾਂ ਕਈ ਲੋਕ ਇੱਥੇ GLB ਲੈਣਗੇ, ਕਈ ਲੋਕ ਇਸ ਪੁਆਇੰਟ 'ਤੇ GLB, ਕਈ LUB ਇਸ ਪੁਆਇੰਟ 'ਤੇ, ਕਈ LUB ਇਸ ਪੁਆਇੰਟ 'ਤੇ, ਡਿਪੈਂਡ ਕਿਸ 'ਤੇ ਕਰਦਾ। ਜਦ ਤੱਕ ਤੁਸੀਂ LUB ਨਹੀਂ ਲੈ ਸਕਦੇ, ਜਦ GLB ਨਹੀਂ ਲੈ ਸਕਦੇ, ਜਦ ਤੱਕ ਤੁਹਾਨੂੰ ਉਸ ਫੰਕਸ਼ਨ ਦੀ ਮੋਨੋਟੋਨਿਕ ਇਨਕਰੀਜ਼ਿੰਗ ਅਤੇ ਮੋਨੋਟੋਨਿਕ ਡਿਕਰੀਜ਼ਿੰਗ ਨੇਚਰ ਨਾ ਪਤਾ ਹੋਵੇ। ਇਹਦਾ ਮਤਲਬ ਜਦੋਂ ਤੁਹਾਡਾ ਫੋਕਸ ਹੋਊਗਾ ਤੁਹਾਡੇ ਕੋਲ, ਤੁਹਾਡਾ ਫੋਕਸ ਇਸ ਚੀਜ਼ 'ਤੇ ਵੀ ਹੋਊਗਾ ਤੁਹਾਡੇ ਕੋਲ, ਠੀਕ ਹੈ, ਕਿ ਮੋਨੋਟੋਨਿਕ ਇਨਕਰੀਜ਼ਿੰਗ ਕਰਨਾ ਹੈ ਕਿ ਮੋਨੋਟੋਨਿਕ ਡਿਕਰੀਜ਼ਿੰਗ ਕਰਨਾ ਹੈ, ਠੀਕ ਹੈ ਜੀ। ਸੋ ਡੈਫੀਨੇਸ਼ਨ ਨੂੰ ਬਹੁਤ ਹੀ ਧਿਆਨ ਨਾਲ ਸਮਝਣਾ। ਹੁਣ ਦੁਬਾਰਾ ਫਿਰ ਮੈਂ ਇੱਕ ਤੁਹਾਡੇ ਕੋਲ ਕਿਉਂਕਿ ਇਹ ਪਾਰਟੀਸ਼ਨ ਇੰਟਰਵਲ ਦੀ ਹੈ ਤਾਂ ਇੰਟਰਵਲ ਮੀਨਸ ਤੁਸੀਂ ਨੰਬਰ ਲਾਈਨ 'ਤੇ ਲੈਣਾ। ਤਾਂ ਮੰਨ ਲਓ ਮੇਰਾ ਇੱਥੇ A ਹੈ ਅਤੇ ਮੰਨ ਲਓ ਇੱਥੇ ਮੇਰਾ B ਹੈ, ਇੱਥੇ ਜਾ ਕੇ ਮੈਂ ਇੰਟਰਵਲ ਇੱਧਰ -∞ ਹੈ, ਇੱਧਰ +∞ ਹੈ। ਇੰਟਰਵਲ ਤਾਂ ਫਾਈਨਾਈਟ ਹੀ ਲੈਣਾ ਨਾ, ਫਾਈਨਾਈਟ ਇੰਟਰਵਲ ਰਸਤੇ 'ਚ ਹੀ ਹੋਏਗਾ। ਤਾਂ ਜਦੋਂ ਰਸਤੇ 'ਚ ਫਾਈਨਾਈਟ ਇੰਟਰਵਲ ਹੋਏਗਾ ਇਹਦੇ ਅੰਦਰ ਰਸਤੇ ਦੇ ਵਿੱਚ ਕਿਤੇ XI -1 ਅਤੇ XI ਹੋਏਗਾ, ਕਿਉਂਕਿ ਇਹ ਸਬ ਇੰਟਰਵਲ ਹੈ, ਇਹ ਮੇਨ ਇੰਟਰਵਲ ਹੈ। ਹੁਣ ਆਪਾਂ ਨੂੰ ਇਹ ਪਤਾ ਹੈ ਵੀ ਜੇ ਮੈਂ ਇਹ ਵਾਲੀ ਵੈਲਿਊ ਲਵਾਂ, ਮਤਲਬ ਅਗਰ ਮੈਂ M ਲਵਾਂ, ਇੱਕ M ਡਿਫਾਈਨ ਕਰਾਂ, ਉਸ M ਨੂੰ ਮੈਂ ਕਹਾਂ GLB ਆਫ F ਇਨ FX, ਠੀਕ ਹੈ। GLB ਆਫ F, GLB ਫੰਕਸ਼ਨ, ਤਾਂ ਇਹ ਸਭ ਤੋਂ ਲੋਅਰ ਸਾਈਡ 'ਤੇ ਹੋਏਗਾ ਕਿਉਂਕਿ ਗ੍ਰੇਟੈਸਟ ਲੋਅਰ ਬਾਊਂਡ, ਠੀਕ ਹੈ ਨਾ। ਤਾਂ ਜਿਹੜਾ ਹੈਗਾ ਤੁਹਾਡੇ ਕੋਲ ਤਾਂ ਇਹ ਇਸ ਸਾਈਡ 'ਤੇ ਹੋਏਗਾ ਕੁਐਸਚਨ ਦੇ। ਅਤੇ ਜੇ ਮੈਂ MI ਡਿਫਾਈਨ ਕਰਾਂ, ਦੇਖੋ ਆਹ ਇੰਟਰਵਲ ਹੈ, ਲੋਅਰ ਸਾਈਡ ਆਫ ਦੀ ਇੰਟਰਵਲ ਹੀ ਮਿਲਣਾ ਉਸਨੇ। ਅਤੇ ਜੇ ਮੈਂ MI ਡਿਫਾਈਨ ਕਰਾਂ ਤੁਹਾਡੇ ਪਾਸ, ਉਹਨੂੰ ਅਸੀਂ ਕਿਹਾ ਹੈ ਕਿ GLB ਆਫ FX ਇਨ ਇੱਥੇ, ਕਿਉਂਕਿ ਜਿਹੜੇ ਇੰਟਰਵਲ 'ਚ ਹੈ ਉਸੇ ਉਹਦੇ ਵਿੱਚ ਹੀ ਉਹਨੇ ਰਹਿਣਾ। ਇਹਦਾ ਮਤਲਬ ਇਹ ਚੀਜ਼ ਤੁਹਾਨੂੰ ਨੀਅਰਲੀ ਇੱਥੇ ਇੱਕ ਮਿਲੂਗੀ, ਠੀਕ ਹੈ। ਅਤੇ ਜਿਹੜਾ MI ਡਿਫਾਈਨ ਕੀਤਾ ਮੈਂ LUB ਆਫ FX, ਠੀਕ ਹੈ, ਇਨ, ਠੀਕ ਹੈ, ਇਹਦੇ ਵਿੱਚ, ਤਾਂ ਇਹਨੂੰ ਇਹ ਵਾਲੀ ਚੀਜ਼ ਤੁਹਾਨੂੰ ਇੱਥੇ ਇੱਕ ਮਿਲਣੀ ਹੈ ਲਗਭਗ। ਇਹ ਤਾਂ ਮੈਂ ਰਫਲੀ ਦਿਖਾ ਰਿਹਾ, ਜੋ ਮਰਜ਼ੀ ਹੋਵੇ, ਜੇ ਇਹ ਉਰੇ ਮਿਲ ਗਿਆ ਤਾਂ ਉਰੇ ਮਿਲ ਜੂ, ਪਰ ਮਗਰ ਮਿਲੂ ਉਹਦੇ, ਠੀਕ ਹੈ, ਕਿਉਂਕਿ ਲੀਸਟ ਅਪਰ ਬਾਊਂਡ ਹੈ ਇਹ, ਅਪਰ ਬਾਊਂਡ ਉਹਨੇ ਮਗਰੇ ਮਿਲਣਾ, ਲੋਅਰ ਤੋਂ ਵੱਡਾ ਹੀ ਹੁੰਦਾ। ਅਤੇ ਜੇ ਮੈਂ ਕੈਪੀਟਲ M ਡਿਫਾਈਨ ਕਰਾਂ ਤੁਹਾਡੇ ਕੋਲ, ਠੀਕ ਹੈ, ਉਹ ਮੈਂ ਕਹਿਦਾ ਕਿ LUB ਆਫ FX, ਠੀਕ ਹੈ, ਕਿਉਂਕਿ ਇਹ ਪਰਮਾਨੈਂਟਲੀ ਹਰ ਥਿਓਰਮ ਵਿੱਚ ਯੂਜ਼ ਹੋਣੀ ਹੈ ਤਾਂ ਤੁਹਾਨੂੰ ਟਰਮੀਨੋਲੋਜੀ ਬਿਲਕੁਲ ਠੀਕ ਠਾਕ ਢੰਗ ਨਾਲ ਕਲੀਅਰ ਹੋਵੇ। ਸੋ LUB ਆਫ FX ਇਨ ਤੁਹਾਡੇ ਕੋਲ ਜਿਹੜਾ ਆ ਹੈਗਾ ਤਾਂ ਇਨ AB, ਤਾਂ ਇਹ LUB ਹੈ, ਲੀਸਟ ਅਪਰ ਬਾਊਂਡ ਹੈ, ਇਹ ਤੁਸੀਂ ਬਿਲਕੁਲ ਐਕਸਟ੍ਰੀਮਿਟੀ 'ਤੇ ਜਾ ਕੇ ਅਟੇਨ ਕਰੋਗੇ। ਤਾਂ ਜੇ ਅਟੇਨ ਕਰੋਗੇ ਇਹਦਾ ਮਤਲਬ ਬਿਲਕੁਲ ਕਲੀਅਰ ਹੈ ਕਿ ਜਿਹੜਾ ਤੁਹਾਡਾ ਫੰਕਸ਼ਨ ਹੋਊਗਾ ਉਸ ਦੀਆਂ ਜਿਹੜੀਆਂ ਮਿਨੀਮਮ ਵੈਲਿਊਜ਼ ਦੇ ਵਿੱਚ ਆਏਗਾ ਇਹ ਸਭ ਤੋਂ ਨੀਚੇ ਹੋਏਗਾ, ਇਹ ਤੋਂ ਜਿਹੜਾ ਹੈਗਾ ਇਹ ਇਸ ਤੋਂ ਬੜਾ ਹੋਏਗਾ, ਠੀਕ ਹੈ ਜੀ। ਫੰਕਸ਼ਨ ਐਨੀ ਵੈਲਿਊ ਆਪਾਂ ਫੰਕਸ਼ਨ ਦੇ ਵਿੱਚ ਰੱਖ ਲਈ, FX ਫੰਕਸ਼ਨ ਦੀ ਵੈਲਿਊ, ਠੀਕ ਹੈ। ਉਸ ਤੋਂ ਬਾਅਦ ਆਹ ਵਾਲੀ ਵੈਲਿਊ ਹੋਏਗੀ ਤੁਹਾਡੇ ਕੋਲ ਜਿਹੜੀ ਉਹ ਲਏਗਾ
ਤੇ ਐਂਡ ਵਿੱਚ ਜਿਹੜਾ ਹੈਗਾ ਏ ਉਹ ਵੈਲਿਊ ਅਚੀਵ ਕਰੇਗਾ m ਇਕੁਅਲ ਤਾਂ ਪਾਇਆ ਜੇ ਕਾਂਸਟੈਂਟ ਫੰਕਸ਼ਨ ਹੋ ਜੇ ਤਾਂ ਮਿਨੀਮਮ ਮੈਕਸਿਮਮ ਸਭ ਕੁਝ। ਮੈਂ ਹੁਣ ਤੁਹਾਨੂੰ f(x) = 3 ਲੈ ਲਾ, ਇਹਦਾ ਕੀ ਮਿਨੀਮਮ ਮੈਕਸਿਮਮ ਤੇ ਸਾਰਾ ਕੁਝ ਤਾਂ ਫਿਕਸ ਹੀ ਹੈ ਨਾ, ਤਾਂ ਫਿਰ ਇਕੁਅਲ ਦੀ ਪੋਸੀਬਿਲਿਟੀ ਤਾਂ ਸਭ ਵੈਲਿਊਜ਼ ਇਕੁਅਲ ਹੋ ਜਾਂਦੀ, ਤਾਂ ਇਹਦਾ ਮੈਕਸਿਮਮ ਵੀ 3 ਮਿਨੀਮਮ ਵੀ 3, ਤਾਂ ਇਸ ਕਰਕੇ ਇਕੁਅਲ ਪਾਉਣ ਦੀ ਜ਼ਰੂਰਤ ਪੈ ਗਈ। ਆਹ ਵਾਲਾ ਪੈਟਰਨ ਜਿਹੜਾ ਹੈ, ਇਸ ਪੈਟਰਨ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ, ਕਿਉਂਕਿ ਐਕਸਟ੍ਰੀਮਿਟੀ ਤੇ b ਹੈ, ਐਕਸਟ੍ਰੀਮਿਟੀ ਤੇ a ਹੈ, ਤੇ ਇਹ ਇਸ ਦੇ ਨੇੜੇ ਪਹੁੰਚਣਾ, ਕਿਉਂਕਿ ਮਿਨੀਮਮ ਵੈਲਿਊ ab ਦੀ ਹੈ, ab ਦੀ ਮਿਨੀਮਮ ਵੈਲਿਊ a ਸਾਈਡ ਤੇ ਮਿਲਣੀ ਹੈਗੀ ਹੈ, ਠੀਕ ਹੈ ਜੀ। ਸੋ ਜਿਹੜਾ ਹੈਗਾ ਤੁਹਾਡੇ ਕੋਲ ਮਤਲਬ ਇਹ ਸਾਰੀਆਂ ਡੈਫੀਨੇਸ਼ਨਾਂ ਮੋਨੋਟੋਨਿਕ ਇਨਕਰੀਜ਼ਿੰਗ ਫੰਕਸ਼ਨ ਕਰਕੇ ਡਰਾਈਵ ਹੁੰਦੀਆਂ। ਜੇ ਡਿਕਰੀਜ਼ਿੰਗ ਆ ਗਿਆ, ਸਾਰਾ ਉਲਟਾਉਣਾ ਪੈ ਗਿਆ, ਤਾਂ ਕੋਈ ਰੋਲੇ ਵਾਲੀ ਗੱਲਬਾਤ ਨਹੀਂ, ਉਹ ਨੂਮੈਰੀਕਲ ਕੁਐਸਚਨ 'ਚ ਹੋ ਜਾਂਦਾ। ਇਹ ਤੁਹਾਨੂੰ ਮੈਕਸਿਮਮ ਵੈਲਿਊ ਮਿਲਣੀ ਹੈ, ਤੁਹਾਡੇ ਕੋਲ ਮੈਕਸਿਮਮ ਵੈਲਿਊ ਤੁਹਾਨੂੰ ਇੱਧਰਲੇ ਕਿਨਾਰੇ 'ਤੇ ਮਿਲਣੀ ਹੈ, ਵਿੱਚ ਰਹਿ ਗਈਆਂ 2 f(x) ਦੀ ਤੁਸੀਂ ਕਿਤੇ ਵੀ ਫੰਕਸ਼ਨ ਦੀ ਵੈਲਿਊ ਤਾਂ ਜਨਰਲ ਵੈਲਿਊ ਉਹਨੂੰ ਤੁਸੀਂ ਵਿੱਚ f(x) ਲਿਖ ਦਿੱਤਾ, ਠੀਕ ਹੈ ਜੀ। ਸੋ ਇਹਦਾ ਮਤਲਬ ਹੈ ਤੁਸੀਂ ਇਹ ਚੀਜ਼ਾਂ ਵੀ ਤੁਹਾਨੂੰ ਠੀਕ ਠਾਕ ਢੰਗ ਨਾਲ ਕਲੀਅਰ ਚਾਹੀਦੀਆਂ, ਨਹੀਂ ਤਾਂ ਗੜਬੜ ਹੋ ਜਾਏਗੀ, ਠੀਕ ਹੈ ਜੀ। ਸੋ ਆਪਾਂ ਅਗਲੇ ਸਟੈਪ ਦੇ ਵਿੱਚ ਚੱਲੀਏ। ਤੁਹਾਡੇ ਕੋਲ ਅਗਲੇ ਸਟੈਪ ਦੇ ਵਿੱਚ ਆਪਾਂ ਨਾ ਇੱਕ ਲੋਵਰ ਸਮ ਡਿਫਾਈਨ ਕਰਾਂਗੇ, LPF। LPF ਦਾ ਮਤਲਬ ਹੈ ਫੰਕਸ਼ਨ f ਹੈ, ਪਾਰਟੀਸ਼ਨ p ਹੈ, ਤਾਂ ਸਮ ਤੁਸੀਂ ਕਿਵੇਂ ਡਿਫਾਈਨ ਕਰਨਾ, ਸਬ ਇੰਟਰਵਲ 'ਚ ਉਹਨੇ ਵੰਡੀ ਜਾਣਾ, ਪਹਿਲਾ ਸਬ ਇੰਟਰਵਲ ਤੇ ਉਹਦੀ ਮਿਨੀਮਮ ਵੈਲਿਊ, ਫਿਰ ਦੂਜਾ ਸਬ ਇੰਟਰਵਲ ਉਹਦੀ ਮਿਨੀਮਮ ਵੈਲਿਊ, ਸੋ mn ਡੈਲਟਾ n। ਸੋ ਇਸ ਜਿਹੜੇ ਸਮ ਨੂੰ ਆਪਾਂ i from 1 to n mi ਡੈਲਟਾ i ਲਿਖ ਦਿੰਦੇ ਹਾਂ, ਇਹਨੂੰ ਅਸੀਂ LPF ਕਹਿੰਦੇ ਹਾਂ। ਉਰੇ ਕਿਸੇ ਨੇ n ਕੁਛ ਵੀ ਪਾਇਆ ਹੋਵੇ ਕੋਈ ਦਿੱਕਤ ਨਹੀਂ, ਜੋ ਪਾਇਆ ਹੋਊਗਾ ਉਰੇ ਦਿੱਤਾ ਹੋਊਗਾ, ਉਹਨੇ ਉਰੇ ਤੱਕ ਯੂਜ਼ ਕੀਤਾ ਹੋਊਗਾ, ਐਸਾ ਨਾ ਕਰਨਾ ਉਰੇ m ਲਿਖ ਕੇ ਉਰੇ n ਕਰ ਦੇਣਾ। ਇਸੇ ਤਰ੍ਹਾਂ UPF, ਤਾਂ ਇਹ ਜਿਹੜਾ ਹੈਗਾ ਤੁਹਾਡੇ ਕੋਲ ਇਹ ਅੱਪਰ ਸਮ ਹੈ, ਡਾਰਬਕਸ ਨੇ ਡਿਫਾਈਨ ਕੀਤੇ ਸੀਗੇ, ਠੀਕ ਹੈ, DARBOUX। ਸੋ ਨਾਮ ਹੈ ਰਾਈਮਨ ਇੰਟੈਗਰੇਸ਼ਨ ਹੈ, ਵਿੱਚ ਰਾਈਮਨ ਵੀ ਹੈ, ਵਿੱਚ ਲਿਬੇਗ ਵੀ ਹੈ, ਵਿੱਚ ਡਾਰਬਕਸ ਵੀ ਹੈ। ਤਾਂ ਸਾਰੇ ਅੰਗਰੇਜ਼ ਲੋਕ ਸਾਰੇ ਮਿਲ ਕੇ ਕੰਮ ਕਰ ਲੈਂਦੇ ਹੁੰਦੇ, ਇੰਡੀਆ 'ਚ ਪੋਸੀਬਿਲਿਟੀ ਨਹੀਂ, ਠੀਕ ਹੈ ਨਾ, ਕਿਉਂਕਿ ਜਿਹੜਾ ਹੈਗਾ ਵੀ ਮੰਨ ਲਓ ਸ਼ਰਮਾ ਜੀ ਥੋੜ੍ਹਾ ਜਿਹਾ ਡਿਵੈਲਪ ਕਰਨ, ਉਹ ਕਹੂਗਾ ਵਰਮੇ ਦਾ ਨਾਂ ਥੋੜ੍ਹੀ ਆਉਣਾ ਚਾਹੀਦਾ ਵਿੱਚ, ਠੀਕ ਹੈ, ਮੈਂ ਡਿਵੈਲਪ ਕਰ ਰਿਹਾ ਵਾਂ ਤੁਹਾਡੇ ਪਾਸ, ਠੀਕ ਹੈ ਜੀ। ਅਤੇ ਤੀਜਾ ਕੋਈ ਹੋਰ ਸਿੱਧੂ ਸਾਹਿਬ ਆ ਜਾਊਗਾ, ਕਹੂਗਾ ਮੇਰਾ ਵੀ ਤਾਂ ਆਉਣਾ ਚਾਹੀਦਾ ਤੁਹਾਡੇ ਪਾਸ। ਇਸ ਕਰਕੇ ਇੰਡੀਆ 'ਚ ਕੁਛ ਵੀ ਨਹੀਂ ਹੁੰਦਾ ਕਿ ਇਨ ਕੋਲੈਬੋਰੇਸ਼ਨ ਤੁਸੀਂ ਕਰਿਆ ਜਾਵੇ। ਬਟ ਜਿਹੜੇ ਇੰਗਲਿਸ਼ ਮੈਥਮੈਟੀਸ਼ੀਅਨ ਹੋਣਗੇ, ਤੁਸੀਂ ਦੇਖਿਓ ਵੀ ਰੋਲ ਸ਼ੁਰੂ ਕਰਦਾ, ਲਗਰਾਂਜ ਮੋਡੀਫਾਈ ਕਰ ਦਿੰਦਾ, ਟੇਲਰ ਵਿੱਚ ਆ ਜਾਂਦਾ, ਮੈਕਲੋਰਨ ਵਿੱਚ ਆ ਜਾਂਦਾ, ਠੀਕ ਹੈ ਜੀ, ਅਤੇ ਨਾ ਉਹਨਾਂ ਦਾ ਕੋਈ ਬਹੁਤਾ ਰੌਲਾ ਹੁੰਦਾ। ਤਾਂ ਸਿਮਿਲਰਲੀ ਰਾਈਮਨ ਨੇ ਸਟਾਰਟ ਕੀਤਾ ਹੈਗਾ ਤੁਹਾਡੇ ਕੋਲ, ਠੀਕ ਹੈ, ਅਤੇ ਇਹਦਾ ਨਾਂ ਸੀਗਾ ਜਾਰਜ ਫਰੈਡਰਿਚ ਬਰਹੈਂਡ ਰਾਈਮਨ, ਠੀਕ ਹੈ ਜੀ। ਤੁਹਾਡੇ ਪਾਸ ਫਿਰ ਵਿੱਚੇ ਲਿਬੇਗ ਆ ਗਿਆ, ਤੁਹਾਡੇ ਕੋਲ ਵਿੱਚੇ ਡਾਰਬਕਸ ਆ ਗਿਆ, ਔਰ ਸਾਰੀਆਂ ਚੀਜ਼ਾਂ ਮਿਕਸ ਚੱਲੀ ਗਈਆਂ। ਸੋ ਮਤਲਬ ਉਹਦੀ ਡੈਫੀਨੇਸ਼ਨ ਤੋਂ ਬਾਅਦ ਡਾਰਬਕਸ ਦੇਖ ਲਓ ਨਾਲ ਹੀ ਆ ਗਿਆ, ਕੋਈ ਐਡਾ ਲੰਬਾ ਚੌੜਾ ਚੱਕਰ ਨਹੀਂ ਗਾ। तो mi डेल्टा आई आ गया ਤੁਹਾਡੇ पास। तो इसी तरह ਤੁਸੀਂ अपर लिखना, तो उरे n ले लो, उरे कैपिटल mi कर लो, उरे डेल्टा आई, डेल्टा तो चलो लेंथ ऑफ इंटरवल ही है, जिद्दां मर्जी कर लो ਤੁਹਾਡੇ पास, ठीक है जी। एक चीज़ ਨੂੰ ਆਪਾਂ LPF ਕਹਿੰਦੇ ਆ, ਤੇ ਦੂਸਰੇ ਨੂੰ ਆਪਾਂ ਜਿਹੜਾ ਹੈਗਾ ਤੁਹਾਡੇ ਕੋਲ ਉਹ ਕਹਿੰਦੇ ਆ। ਤੇ ਜਿਹੜੀ ਮੈਂ ਤੁਹਾਨੂੰ ਪਿੱਛੇ ਸੀਰੀਅਲ ਦਿੱਤੀ ਸੀ ਕਿ ਐਸੀ ਪੋਸੀਬਿਲਿਟੀ ਹੈ ਕਿ ਤੁਹਾਡੇ ਇੱਥੇ ਆਹ ਵਾਲੀ ਤੁਹਾਡੀ ਬੁੱਕ 'ਚ ਵੈਲਿਊ ਨਾ ਵੀ ਦਿੱਤੀ ਹੋਵੇ, ਆਹ ਚਾਰ ਚੀਜ਼ਾਂ ਦਾ ਸੀਰੀਅਲ ਹੋਵੇ, ਹੋ ਸਕਦਾ, ਬਟ ਤੁਸੀਂ ਫੰਕਸ਼ਨ ਕੰਸੀਡਰ ਕਰਨਾ ਹੈ, ਫੰਕਸ਼ਨ ਦੀ ਹੀ ਮਿਨੀਮਮ ਨੇ, ਫੰਕਸ਼ਨ ਦੀਆਂ ਹੀ ਮੈਕਸਿਮਮ ਨੇ, ਤਾਂ ਉਰੇ ਇੱਕ ਜਨਰਲ ਵੈਲਿਊ ਲੈ ਕੇ ਚਲਾ ਸਕਦੇ ਹੋ, ਕੋਈ ਰੋਲੇ ਵਾਲੀ ਗੱਲਬਾਤ ਹੈ ਨਹੀਂ, ਠੀਕ ਹੈ ਜੀ। ਸੋ ਜਿਹੜਾ ਹੈਗਾ ਤੁਹਾਡੇ ਕੋਲ ਹੁਣ ਅਸੀਂ LPF ਵੀ ਡਿਫਾਈਨ ਕਰ ਲਿਆ, ਤੇ ਅਸੀਂ ਜਿਹੜਾ ਹੈਗਾ UPF ਵੀ ਡਿਫਾਈਨ ਕਰ ਲਿਆ। ਇਹ ਸਾਰੀ ਚੀਜ਼ ਜਿਹੜੀ ਹੈਗੀ ਹੈ ਤੁਹਾਡੇ ਕੋਲ, ਠੀਕ ਹੈ ਜੀ। ਅਗਰ ਇਹਨਾਂ ਦਾ ਡਿਫਰੈਂਸ ਡਿਫਾਈਨ ਕਰ ਲਈਏ ਤੁਹਾਡੇ ਪਾਸ, ਠੀਕ ਹੈ, UPF ਮਾਈਨਸ LPF, ਅਸੀਂ ਇਹਨਾਂ ਦਾ ਡਿਫਰੈਂਸ ਡਿਫਾਈਨ ਕਰ ਲਈਏ, ਤਾਂ ਡਿਫਰੈਂਸ ਕੀ ਹੋਏਗਾ, mi ਡੈਲਟਾ i ਹੋਏਗਾ, i ਵੇਰੀਜ਼ ਫਰੋਮ 1 to n, ਠੀਕ ਹੈ ਜੀ। mi ਡੈਲਟਾ i ਹੋਏਗਾ, i ਵੇਰੀਜ਼ ਫਰੋਮ 1 to n। तो आह वाली चीज़ जी हैगी है तुहाडे पास, तो ये समेशन i वेरीज फ्रॉम 1 to n mi माइनस mi, ठीक है जी, तो जोड़ा है ये डेल्टा आई, ठीक है जी। सो जोड़ा है तुहाडे कोल इहदा नां असी कोई OI कह दीए, सो i फ्रॉम 1 to n इनू असी OI डेल्टा i कह दिंदे हां। जिहड़ा OI है इनू असी ऑसीलेशन फंक्शन कहने हैं, तो सम नू ऑसीलेटरी सम कहने हैं। तो मतलब इस सम का नाम बनूगा, अगर थोनू किते पूछा जाए, ऑसीलेटरी सम, ठीक है जी। सो ऑसीलेटरी सम हो गया। आह वाला जिहड़ा OI है ये ऑसीलेटरी फंक्शन हो जाएगा,
ठीक हो गया जी। सो ਇੱਥੇ ਤੱਕ ਜਿਹੜਾ ਹੈਗਾ ਸਾਡੀਆਂ ਬੇਸਿਕ ਡੈਫੀਨੇਸ਼ਨਸ ਨੇ ਜਿਹੜੀਆਂ ਸਾਨੂੰ ਚਾਹੀਦੀਆਂ ਨੇ ਤੁਹਾਡੇ ਕੋਲ। ਠੀਕ ਹੈ ਜੀ। ਅਗਰ ਲੈਂਥ ਆਫ ਇੰਟਰਵਲ ਆਪਾਂ ਕਾਂਸਟੈਂਟ ਰੱਖਿਆ ਹੋਇਆ ਫਿਰ ਤਾਂ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਗੀ ਤੁਹਾਡੇ ਕੋਲ। ਠੀਕ ਹੈ, ਜੇ ਲੈਂਥ ਆਫ ਇੰਟਰਵਲ ਸਾਡਾ ਕਾਂਸਟੈਂਟ ਹੈ। ਜੇ ਸਾਡਾ ਲੈਂਥ ਆਫ ਇੰਟਰਵਲ ਕਾਂਸਟੈਂਟ ਨਹੀਂ ਹੈ, ठीक है, एक डेफिनेशन होर देख लो जी। मतलब सपोज अगर मैं आप पार्टीशन ਲਈ है ना तो x1 x2 x3 अप टू xn, अगर तो मैं x1 माइनस x0 इज इक्वल टू डेल्टा x2 माइनस x1 इज इक्वल टू डेल्टा x3 तो x2 घटाइए डेल्टा, ये सेम आ गया है ना, जो कि असी न्यूमेरिकल क्वेश्चंस करांगे। फिर तो कोई दिक्कत है ही नहीं गी, फिर तो एक फिक्स ਲੈਂਥ ਹੈ। ठीक है, पर जे ये लेंथ वेरी कर जे इंटरवल उसने दिता होवे ते वो तोड़ भन के दिता होवे इंटरवल। ठीक है, कई बार क्वेश्चन च हुंदा कि इंटरवल अगले ने तोड़ भन के दिता हुंदा तुहानूं। ठीक है, तो उस केस विच तुहाडे पास जिहड़ा हैगा किसी इंटरवल दी, मतलब मैं लिखा 1/4 लिख ला, 3/4 लिख ला, सो 1 लिख ला। ठीक है, अगर यदि लेंथ देखो तो 1/4 है, जे यदि देखोगे तो 1/2 है, जे यदि देखोगे तो 1/4 है। यदा मतलब इत्थे मेरा डेल्टा 1 डेल्टा 2 डेल्टा 3 आ गए। ठीक है, बट डेल्टा 1 डेल्टा 2 टैली है, बट ये नहीं टैली है। अगर ऐसे हालात आ जान, ठीक है जी, तो तुसी की करदे हो, तो तुसी मैक्सीमम लेंथ अगर तुहानूं डिफाइन करनी पै जाए, मैक्सीमम लेंथ डेल्टा मैक्सीमम हो जाए, सो मैक्सीमम लेंथ में आप नॉर्म वर्ड यूज़ करते हैं। सो जो असी थ्योरम्स करांगे थ्योरम शायद वर्ड नॉर्म आ जाए, अदरवाइज नॉर्म नहीं आता। तो देखो इन्ना तुसी ख्याल रखना है। बाकी नैक्सट लैक्चर मैं क्वेश्चन ट्राई करता हूँ। ठीक है जी, थैंक यू।